ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਮਹਿੰਗਾਈ। ਮਹਿੰਗਾਈ ਦਾ ਸਤਾਇਆ ਇੱਕ ਪ੍ਰੇਮੀ ਜਦੋਂ ਆਪਣੀ ਪ੍ਰੇਮਿਕਾ ਨੂੰ ਚੁੰਮਣ ਲੱਗਿਆ ਤਾਂ ਪ੍ਰੇਮੀ ਨੂੰ ਨਿੱਛ ਆ ਗਈ ਤੇ ਪ੍ਰੇਮਿਕਾ ਨੂੰ ਉਬਾਸੀ। ਸਾਡੇ ਵਿਹਾਰ ਵਿੱਚ ਨਿੱਛਾਂ ਤੇ ਉਬਾਸੀਆਂ ਵੱਧ ਰਹੀਆਂ ਹਨ। ਵੱਧਦੀ ਹੋਈ ਮਹਿੰਗਾਈ ਦੇ ਅਜੋਕੇ ਯੁੱਗ ਵਿੱਚ ਮਨੁੱਖ ਰੂਹਾਨੀ ਨਿੱਘੇ ਸੁਖਾਵੇਂ ਤੇ ਰੌਚਕ ਮੇਲ ਜੋਲ ਦੀ ਯੋਗਤਾ ਗਵਾ ਬੈਠਾ ਹੈ। ਰੂਹਾਨੀ ਓਪਰਾਪਨ ਵਧਣ ਕਾਰਨ ਹੁਣ ਅਸੀਂ ਆਪਣਿਆਂ ਨੂੰ ਪਰਾਇਆ ਵਾਂਗ ਤੇ ਪਰਾਇਆਂ ਨੂੰ ਦੁਸ਼ਮਣਾਂ ਵਾਂਗ ਮਿਲਦੇ ਹਾਂ। ਮਹਿੰਗਾਈ ਨੇ ਸਾਡੇ ਵਿਚਕਾਰ ਵਿੱਥਾਂ ਉਸਾਰ ਦਿੱਤੀਆਂ ਹਨ ਅਤੇ ਲੈਣ ਦੇਣ ਪ੍ਰਤੀ ਪੂਰੇ ਨਾ ਉਤਰਨ ਕਾਰਨ ਖੁਸ਼ੀ ਦੇ ਅਵਸਰ ਵੀ ਮੁਸੀਬਤਾਂ ਪ੍ਰਤੀਤ ਹੋਣ ਲੱਗ ਪਏ ਹਨ। ਮਹਿੰਗਾਈ ਤੋਂ ਉਪਜੀ ਨਿਰਾਸਤਾ ਦੇ ਅਜੋਕੇ ਯੁੱਗ ਵਿੱਚ ਸਾਡੇ ਕੋਲ ਕੋਈ ਕਸਵੱਟੀ ਨਹੀਂ ਰਹੀ ਜਿਸ ਨਾਲ ਅਸੀਂ ਬਿਮਾਰ ਅਤੇ ਤੰਦਰੁਸਤ, ਹਮਦਰਦ ਅਤੇ ਦੁਖੀ, ਦੋਸਤ ਅਤੇ ਦੁਸ਼ਮਣ ਵਿਚਕਾਰ ਅੰਤਰ ਸਮਝ ਸਕੀਏ। ਮਹਿੰਗਾਈ ਕਾਰਨ ਪਰਿਵਾਰ ਦੀਆਂ ਆਸਾਂ 'ਤੇ ਪੂਰਾ ਨਾ ਉਤਰਨ ਕਾਰਨ ਅਜੋਕੇ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਆਪਣਾ ਪਰਿਵਾਰ ਹੀ ਬਣ ਗਿਆ ਹੈ। ਜਿਵੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਸਤਾਏ ਇੱਕ ਪਤੀ ਨੇ ਜਦੋਂ ਅਤ ਨਿਰਾਸਤਾ ਨਾਲ ਕਿਹਾ ਕਿ ਮੈਂ ਤਾਂ ਅੱਜ ਸ਼ਾਮ ਨੂੰ ਮਰ ਜਾਣਾ ਹੈ, ਤਾਂ ਪਤਨੀ ਨੇ ਪੁੱਛਿਆ, ਤਾਂ ਫਿਰ ਤੁਹਾਡੇ ਲਈ ਰਾਤ ਦੀ ਰੋਟੀ ਨਾ ਪਕਾਵਾਂ? ਮਨੁੱਖ ਵਧੀ ਹੋਈ ਮਹਿੰਗਾਈ ਤੋਂ ਪਰੇਸ਼ਾਨ ਨਹੀਂ, ਨਿੱਤ ਦਿਨ ਵੱਧਦੀ ਮਹਿੰਗਾਈ ਤੋਂ ਪਰੇਸ਼ਾਨ, ਪੀੜਤ ਅਤੇ ਦੁਖੀ ਹੈ। ਪਰਿਵਾਰਕ ਜੀਵਨ ਵਿੱਚ ਮਨ ਨੂੰ ਤਸੱਲੀ ਦੇਣ ਵਾਲੇ ਮੌਕੇ ਘਟਦੇ ਜਾ ਰਹੇ ਹਨ ਤੇ ਪਾਗਲਪਨ ਦੀ ਸੀਮਾ ਰੇਖਾ ਨੇੜੇ ਹੁੰਦੀ ਜਾ ਰਹੀ ਹੈ। ਕੀਮਤਾਂ ਤੇ ਲੋੜਾਂ ਵਿਚਕਾਰ ਖਾਈ ਦੇ ਵਧਣ ਕਾਰਨ ਹਰ ਮਨੁੱਖ ਵਿੱਚ ਰੋਸ ਅਤੇ ਵਿਦਰੋਹ ਪਲ ਰਹੇ ਹਨ। ਰੋਸਿਆਂ ਤੇ ਵਿਰੋਧਾਂ ਕਾਰਨ ਸਾਡੀਆਂ ਭਾਵਨਾਵਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਸੁੰਗੜ ਗਏ ਹਨ। ਹੁਣ ਇੱਕ ਵਰ੍ਹੇ ਵਿੱਚ ਮਹਿੰਗਾਈ ਕਾਰਨ ਸਾਨੂੰ ਇਤਨੀ ਵਾਰ ਨਿਰਾਸਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਸਾਡੀਆਂ ਖੁਸ਼ੀਆਂ ਅਤੇ ਉਮੰਗਾਂ ਦਾ ਸਾਡੇ ਆਪਣੇ ਹੱਥੋਂ ਕਈ ਵਾਰ ਦਾਹ ਸੰਸਕਾਰ ਹੁੰਦਾ ਹੈ। ਮਹਿੰਗਾਈ ਕਾਰਨ ਮਨੁੱਖ ਦੀ ਦਲੀਲ ਸੌਂ ਗਈ ਹੈ ਤੇ ਗੁੱਸਾ, ਗਾਲਾਂ ਤੇ ਹਿੰਸਾ ਦੇ ਹਥਿਆਰ ਹੀ ਦਲੀਲ ਬਣ ਗਏ ਹਨ। ਮਹਿੰਗਾਈ ਨੇ ਸਾਡੇ ਸਮੇਂ ਨੂੰ ਮਨੋਵਿਕਾਰਾਂ ਦਾ ਯੁੱਗ ਬਣਾ ਦਿੱਤਾ ਹੈ। ਸੰਗੀਤ ਅਤੇ ਰੌਲੇ ਵਿਚਕਾਰ ਅੰਤਰ ਮਿਟ ਗਿਆ ਹੈ। ਏਕੀਕਰਨ, ਮਿਆਰੀਕਰਨ ਆਦਿ ਨੇ ਵਸਤਾਂ ਦੀ ਜਿੱਤ ਦਾ ਵਰਤਾਰਾ ਲਾਗੂ ਕੀਤਾ ਹੈ ਜਿਸ ਵਿੱਚੋਂ ਵਿਸ਼ਵ ਵਿਆਪੀ ਉਪਰਾਮਤਾ ਉਪਜੀ ਹੈ। ਥਕਾਵਟ, ਝੁੰਝਲਾਹਟ, ਅਕੇਵਾਂ ਤੇ ਕਾਹਲ ਅਜੋਕੇ ਯੁੱਗ ਵਿੱਚ ਸਾਡੀ ਸ਼ਖਸੀਅਤ ਦੇ ਉਗੜਵੇਂ ਪੱਖ ਬਣ ਗਏ ਹਨ। ਮਸ਼ੀਨਾਂ ਅਤੇ ਆਵਾਜਾਈ ਦੀ ਕੰਨ ਪਾੜਵੀਂ ਅਰੋਕ ਸਟਾ ਸਟ ਨੇ ਜਾਗਣ ਅਤੇ ਸੌਣ ਦਾ ਅੰਤਰ ਮੁਕਾ ਕੇ ਮਨੁੱਖ ਤੋਂ ਉਸ ਦੇ ਮਨ ਦਾ ਚੈਨ ਖੋਲਿਆ ਅਤੇ ਉਸ ਨੂੰ ਹਰ ਪੱਖੋਂ ਉਪਰਾਮ ਬਣਾ ਦਿੱਤਾ ਹੈ। ਕਿਸੇ ਦਾ ਪਾਗਲਪਨ ਹੁਣ ਹੈਰਾਨ ਨਹੀਂ ਕਰਦਾ ਕਿਉਂਕਿ ਸਾਰਿਆਂ ਦੇ ਵਿਹਾਰ ਵਿੱਚ ਇਸ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਦੌੜੇ ਜਾਂਦੇ ਜੀਵਨ ਵਿੱਚ ਜਿਹੜਾ ਸਾਹ ਲੈਣ ਲਈ ਰੁਕਦਾ ਹੈ ਉਹ ਦੂਜਿਆਂ ਨੂੰ ਆਪਣੇ ਰਾਹ ਦੀ ਰੁਕਾਵਟ ਪ੍ਰਤੀਤ ਹੋਣ ਲੱਗ ਪਿਆ ਹੈ। ਅਸੀਂ ਗੁਆਚੇ ਹੋਏ ਮਨੁੱਖਾਂ ਵਾਂਗ ਭਟਕ ਰਹੇ ਹਾਂ ਅਤੇ ਇਸ ਵਰਤਾਰੇ ਦਾ ਕਾਰਨ ਇਹ ਹੈ ਕਿ ਨਿੱਤ ਵੱਧਦੀਆਂ ਕੀਮਤਾਂ ਨੇ ਜੀਵਨ ਦਾ ਟਿਕਾਊ ਤੇ ਰਿਸ਼ਤਿਆਂ ਦਾ ਨਿੱਘ ਤੇ ਸੰਤੁਲਨ ਵਿਗਾੜ ਦਿੱਤੇ ਹਨ। ਜਦੋਂ ਮਹਿੰਗਾਈ ਵੱਧਦੀ ਹੈ ਤਾਂ ਆਪਸੀ ਸਬੰਧ ਨਿਗੜਦੇ ਹਨ ਅਤੇ ਪਿਆਰ ਅਤੇ ਮੋਹ ਦੇ ਰਿਸ਼ਤੇ ਵੀ ਬੋਝਲ ਅਤੇ ਉੱਪਰੇ ਪ੍ਰਤੀਤ ਹੋਣ ਲੱਗ ਪੈਂਦੇ ਹਨ। ਮਹਿੰਗਾਈ ਦੇ ਵਧਣ ਨਾਲ ਮਾਪਿਆਂ ਵਿੱਚ ਬੱਚਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਸਮਰੱਥਾ ਘਟਦੀ ਹੈ ਤੇ ਬੱਚਿਆਂ ਦੀ ਮਾਰ ਕੁਟਾਈ ਵੱਧਦੀ ਹੈ। ਪਤਨੀ ਦਾ ਸੋਚਿਆ ਹੋਇਆ ਪਰਿਵਾਰਕ ਜੀਵਨ ਦਾ ਮਿਆਰ ਬਣਾਈ ਰੱਖਣਾ ਸੰਭਵ ਨਹੀਂ ਰਹਿੰਦਾ, ਸੋ ਤੋੜ ਵਿਛੋੜਾ ਤੇ ਤਲਾਕ ਵੱਧਦੇ ਹਨ। ਮਹਿੰਗਾਈ ਮਨੁੱਖ ਨੂੰ ਨੈਤਿਕ ਪੱਖੋਂ ਕਮਜ਼ੋਰ ਕਰਦੀ ਹੈ, ਸੋ ਮਨੁੱਖ ਸਤਿਕਾਰ ਵਾਲੇ ਰਿਸ਼ਤਿਆਂ ਵੱਲ ਵੀ ਅਪਮਾਨਜਨਕ ਢੰਗ ਨਾਲ ਪੇਸ਼ ਆਉਂਦਾ ਹੈ। ਮਹਿੰਗਾਈ ਕਾਰਨ ਮਾਪਿਆਂ ਦੀ ਸੰਤਾਨ 'ਤੇ ਨਿਰਭਰਤਾ ਵੱਧਦੀ ਹੈ, ਪਰ ਉਸੇ ਮਹਿੰਗਾਈ ਕਾਰਨ ਸੰਤਾਨ ਵਿੱਚ ਮਾਪਿਆਂ ਵੱਲ ਆਪਣੇ ਫਰਜ਼ ਪੂਰੇ ਕਰਨ ਦੀ ਸਮਰੱਥਾ ਘਟਦੀ ਹੈ। ਮਹਿੰਗਾਈ, ਕਿਰਾਏਦਾਰ ਅਤੇ ਮਾਲਕ ਮਕਾਨ, ਕਰਜ਼ਈ ਤੇ ਸ਼ਾਹੂਕਾਰ, ਕਿਸਾਨ ਅਤੇ ਆੜ੍ਹਤੀ, ਉਧਾਰ ਲੈਣ ਵਾਲੇ ਗਾਹਕ ਅਤੇ ਦੁਕਾਨਦਾਰ ਵਿਚਲੇ ਸਾਰਿਆਂ ਸਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਸਮੇਂ ਸਕੂਲਾਂ ਦੀਆਂ ਫੀਸਾਂ ਵੱਧਦੀਆਂ ਹਨ, ਦਵਾਈਆਂ ਮਹਿੰਗੀਆਂ ਹੁੰਦੀਆਂ ਹਨ, ਰਸੋਈ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਮਾਤਰਾ ਘਟਦੀ ਹੈ ਤੇ ਕਈ ਵਸਤਾਂ ਚੀਜ਼ਾਂ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਹਨ। ਸੈਰ ਸਪਾਟੇ ਦੀ ਸੰਭਾਵਨਾ ਘਟਦੀ ਹੈ ਤੇ ਇੱਕ ਥਾਂ ਲਗਾਤਾਰ ਰਹੀ ਜਾਣ ਤੇ ਨਿੱਤ ਦਿਨ ਇੱਕੋ ਪ੍ਰਕਾਰ ਦਾ ਜੀਵਨ ਜਿਉਣ ਦੀ ਮਜਬੂਰੀ ਸੁਭਾਅ ਵਿੱਚ ਚਿੜਚਿੜਾਪਨ, ਗੁੱਸਾ, ਸ਼ੱਕ ਆਦਤਾਂ ਵਧਾਉਂਦੀ ਹੀ ਹੈ। ਇਸ ਨਾਲ ਕਤਲ ਕਰਨ ਤੇ ਆਤਮ ਹੱਤਿਆ ਦੀ ਬਿਰਤੀ ਵੀ ਬਲਵਾਨ ਹੁੰਦੀ ਹੈ। ਜੀਵਨ ਵਿੱਚ ਕਾਲ ਪਸਰਦੀ ਹੈ ਜਿਹੜੀ ਸਮੁੱਚੇ ਵਿਹਾਰ ਨੂੰ ਵਿਗਾੜ ਦਿੰਦੀ ਹੈ। ਇਸ ਵਿਗਾੜ ਕਾਰਨ ਪਤੀ ਪਤਨੀ, ਭੈਣ ਭਰਾ, ਆਂਢ ਗੁਆਂਢ ਆਦਿ ਜਿਹੇ ਰਿਸ਼ਤੇ ਵੀ ਵਿਗੜਦੇ ਹਨ ਅਤੇ ਅਜਿਹੇ ਵਿਅਕਤੀਆਂ ਵਿੱਚ ਆਪਣੀ ਗੱਲ ਸੁਣਾਉਣ ਦੀ ਬਿਰਤੀ ਵੱਧਦੀ ਹੈ ਪਰ ਸੁਣਨ ਦੀ ਸੰਭਾਵਨਾ ਘਟਦੀ ਹੈ। ਉਕਤਾਹਟ ਕਾਰਨ ਖਾਣ ਪੀਣ, ਹੰਡਾਉਣ ਦੀ
ਭੁੱਖ ਵਾਲੀ ਇਹ ਸਥਿਤੀ ਨਜਾਇਜ਼ ਰਿਸ਼ਤਿਆਂ ਵਿੱਚ ਪ੍ਰਗਟ ਹੁੰਦੀ ਹੈ, ਜਦੋਂ ਕਿ ਨਜਾਇਜ਼ ਰਿਸ਼ਤੇ ਮਨ ਨੂੰ ਸੱਜਰਾਪਣ ਦੇਣ ਦੀ ਥਾਂ ਦੋਸ਼ ਭਾਵਨਾ ਨੂੰ ਸਿਰਜਦੇ ਹਨ। ਇਹ ਭਾਵਨਾ ਮਨੁੱਖ ਨੂੰ ਆਪਣੇ ਆਪ ਵਿੱਚ ਸੁੰਗੜਨ ਲਈ ਬੇਵੱਸ ਕਰਦੀ ਹੈ। ਬੇਵੱਸ ਅਤੇ ਮਜਬੂਰ ਵਿਅਕਤੀ ਸਮਾਜ ਦੇ ਸਮੁੱਚੇ ਵਾਤਾਵਰਣ ਨੂੰ ਪੀੜਤ ਕਰਦੇ ਹਨ। ਅਜਿਹੇ ਵਿਅਕਤੀਆਂ ਦੇ ਹਾਸਿਆਂ ਵਿੱਚ ਵੀ ਵੈਨ ਸੁਣਾਈ ਦਿੰਦੇ ਹਨ। ਅਜਿਹੀ ਸਥਿਤੀ ਕਾਰਨ ਆਪਣੀ ਆਮਦਨ ਵਧਾਉਣ ਲਈ ਲੋਕਾਂ ਵੱਲੋਂ ਭ੍ਰਿਸ਼ਟ ਢੰਗ ਤਰੀਕੇ ਅਪਣਾਏ ਜਾਂਦੇ ਹਨ ਅਤੇ ਇਹਨਾਂ ਢੰਗਾਂ ਕਾਰਨ ਸਮੁੱਚਾ ਜੀਵਨ ਬੇਅਸੂਲਾ ਤੇ ਬੇਮੁਹਾਰਾ ਹੋ ਜਾਂਦਾ ਹੈ। ਅਕਸਰ ਕਲਪਨਾ ਥੋੜ੍ਹਾ ਨੂੰ ਵਧਾ ਕੇ ਪੇਸ਼ ਕਰਦੀ ਹੈ, ਜਦੋਂ ਕਿ ਤਰਕ ਘਟਾ ਕੇ ਪੇਸ਼ ਕਰਦਾ ਹੈ। ਗਿਆਨ ਇਹਨਾਂ ਵਿਚਕਾਰ ਸੰਤੁਲਨ ਸਥਾਪਿਤ ਕਰਦਾ ਹੈ। ਮਹਿੰਗਾਈ ਦੌਰਾਨ ਕਲਪਨਾ, ਤਰਕ ਅਤੇ ਗਿਆਨ ਨੂੰ ਅਧਰੰਗ ਹੋ ਗਿਆ ਪ੍ਰਤੀਤ ਹੁੰਦਾ ਹੈ। ਸਾਡੇ ਕੋਲ ਸੂਚਨਾ ਦੀ ਮਾਤਰਾ ਤਾਂ ਵਧ ਰਹੀ ਹੈ, ਪਰ ਗਿਆਨ ਦੇ ਪੱਖੋਂ ਅਸੀਂ ਹਰ ਬੀਤਦੇ ਦਿਨ ਨਾਲ ਗਰੀਬ ਹੁੰਦੇ ਜਾ ਰਹੇ ਹਾਂ। ਬੰਦੇ ਕੋਲ ਆਰਾਮ ਕਰਨ ਉਪਰੰਤ ਜੇ ਕੋਈ ਲਾਹੇਵੰਦ ਕੰਮ ਨਾ ਹੋਵੇ ਤਾਂ ਉਹ ਦੂਜਿਆਂ ਨੂੰ ਵੀ ਥਕਾ ਦਿੰਦਾ ਹੈ। ਮਹਿੰਗਾਈ ਆਰਾਮ ਦੀ ਸੰਭਾਵਨਾ ਨੂੰ ਕੁਚਲਦੀ ਹੈ ਤੇ ਕੰਮ ਵਿੱਚੋਂ ਤਸੱਲੀ ਨੂੰ ਖਾਰਜ ਕਰਦੀ ਹੈ। ਮਹਿੰਗਾਈ ਕਾਰਨ ਜੋ ਪਿਆਰ ਕਰਨ ਯੋਗ ਹੁੰਦਾ ਹੈ, ਉਸ ਨੂੰ ਪਿਆਰ ਵੀ ਨਹੀਂ ਕੀਤਾ ਜਾ ਸਕਦਾ। ਮਹਿੰਗਾਈ ਕਾਰਨ ਝੂਠ ਬੋਲਣ ਦੀ ਬਿਰਤੀ ਹੀ ਨਹੀਂ ਵੱਧਦੀ, ਸਗੋਂ ਇਤਬਾਰ ਕਰਨ ਦੇ ਅਵਸਰ ਵੀ ਘਟਦੇ ਹਨ। ਮਹਿੰਗਾਈ ਅਨੇਕਾਂ ਥੋੜਾਂ ਦਾ ਅਹਿਸਾਸ ਕਰਵਾਉਂਦੀ ਹੈ। ਕਿਸੇ ਹੱਦ ਤੱਕ ਥੋੜਾਂ ਸਾਡੇ ਜੀਵਨ ਨੂੰ ਅਰਥ ਪ੍ਰਦਾਨ ਕਰਦੀਆਂ ਹਨ, ਪਰ ਜਦੋਂ ਸਾਡਾ ਵਾਸਤਾ ਕੇਵਲ ਥੋੜ੍ਹਾ ਨਾਲ ਹੀ ਪਵੇ ਤਾਂ ਜੀਵਨ ਨਿਰਰਥਕ ਹੋ ਜਾਂਦਾ ਹੈ। ਜੇ ਥੋੜ੍ਹਾ ਨਾ ਹੁੰਦੀਆਂ ਤਾਂ ਜ਼ਿੰਦਗੀ ਬੜੀ ਨੀਰਸ ਹੋਣੀ ਸੀ। ਜੇ ਦਰਿਆ ਵਿੱਚ ਪੱਥਰ ਨਾ ਹੁੰਦੇ ਤਾਂ ਦਰਿਆ ਦੇ ਪਾਣੀਆਂ ਦਾ ਸੰਗੀਤ ਨਹੀਂ ਹੋਣਾ ਸੀ। ਮਹਿੰਗਾਈ ਨਾਲ ਜਦੋਂ ਥੋੜ੍ਹਾਂ ਉਪਜਦੀਆਂ ਹਨ ਤਾਂ ਦੂਜਿਆਂ ਦੀਆਂ ਥੋੜ੍ਹਾਂ ਵੱਲ ਧਿਆਨ ਦੇਣ ਦੀ ਬਿਰਤੀ ਘਟਦੀ ਹੈ। ਥੋੜ੍ਹਾਂ ਚਿੰਤਾ ਉਪਜਾਉਂਦੀਆਂ ਹਨ ਤੇ ਥੋੜ੍ਹਾਂ ਦੀ ਪੂਰਤੀ ਨਾ ਹੋਣ ਦੀ ਚਿੰਤਾ ਹੋਰ ਚਿੰਤਾ ਉਪਜਾਉਂਦੀ ਹੈ। ਮਹਿੰਗਾਈ ਕਾਰਨ ਪਿਆਰ ਦੀ ਵੀ ਥੁੜ ਉਪਜਦੀ ਹੈ। ਇਸੇ ਥੁੜ ਵਿੱਚੋਂ ਨਫ਼ਰਤ ਜਨਮ ਲੈਂਦੀ ਹੈ। ਬਹੁਤੇ ਲੋਕ ਨਫ਼ਰਤ ਨਾਲ ਇਸ ਕਰਕੇ ਚਿਮੜੇ ਰਹਿੰਦੇ ਹਨ ਕਿਉਂਕਿ ਇਹ ਮਹਿੰਗਾਈ ਹੋਣ ਦੀ ਥਾਂ ਹੋਰ ਸਸਤੀ ਹੋ ਰਹੀ ਹੈ। ਨਫ਼ਰਤ ਇਸ ਲਈ ਵੀ ਜਾਰੀ ਰੱਖੀ ਜਾਂਦੀ ਹੈ ਕਿਉਂਕਿ ਇਸ ਦੇ ਮੁੱਕ ਜਾਣ 'ਤੇ ਸਾਨੂੰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਮ ਵਾਲੀ ਥਾਂ 'ਤੇ ਮਹਿੰਗਾਈ ਕਾਰਨ ਅਸੀਂ ਮੁਹਾਵਰਾ ਪਿਆਰ ਵਾਲਾ ਵਰਤਦੇ ਹਾਂ, ਪਰ ਕਰਦੇ ਦੂਜਿਆਂ ਨੂੰ ਨਫ਼ਰਤ ਹਾਂ। ਹਰ ਇੱਕ ਰਿਸ਼ਤੇ ਵਿੱਚ ਦਰਦ ਦੀ ਸਾਂਝ ਹੁੰਦੀ ਹੈ, ਪਰ ਜਿਹੜੇ ਰਿਸ਼ਤਿਆਂ ਦੀ ਸਿੰਜਾਈ ਨਫ਼ਰਤ ਨਾਲ ਕੀਤੀ ਜਾਂਦੀ ਹੈ, ਉੱਥੇ ਮਾਫ਼ ਕਰਨ ਤੇ ਭੁੱਲ ਜਾਣ ਦਾ ਸਲੀਕਾ ਘਟਦਾ ਹੈ ਤੇ ਦੂਜਿਆਂ ਦੀਆਂ ਭੁੱਲਣ ਯੋਗ ਵਧੀਕੀਆਂ ਤੇ ਅਣਡਿੱਠ ਕਰਨ ਯੋਗ ਵਿਹਾਰ ਨੂੰ ਵੀ ਯਾਦ ਰੱਖ ਕੇ ਅਸੀਂ ਬਦਲਾ ਲੈਣ ਦੀ ਤਾੜ ਵਿੱਚ ਰਹਿੰਦੇ ਹਾਂ। ਇਵੇਂ ਸਾਡੇ ਮਨ ਦਾ ਖੇਤਰਫਲ ਸੁੰਗੜਦਾ ਹੈ। ਆਪਸੀ ਸਬੰਧਾਂ ਦੇ ਰੰਗ ਖੁਰ ਜਾਂਦੇ ਹਨ ਤੇ ਲੈਣ ਦੇਣ ਵਿੱਚੋਂ ਪ੍ਰਸੰਨਤਾ ਉੱਡ ਜਾਂਦੀ ਹੈ। ਪਿਆਰ ਵਿੱਚ ਸਭ ਪ੍ਰਕਾਰ ਦੀਆਂ ਹਾਰਾਂ, ਘਾਟਾਂ, ਥੋੜਾਂ, ਮਜਬੂਰੀਆਂ, ਮਾਯੂਸੀਆਂ, ਧੋਖਿਆਂ ਆਦਿ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਜਾਣ ਦੀ ਸ਼ਕਤੀ ਹੁੰਦੀ ਹੈ। ਪਰ ਕਿਸੇ ਨੂੰ ਪਿਆਰ ਕੀਤਾ ਤਾਂ ਹੀ ਜਾ ਸਕਦਾ ਹੈ ਜਦੋਂ ਜੀਵਨ ਵਿੱਚ ਤਾਲਮੇਲ, ਟਿਕਾਊ, ਭਰੋਸਾ, ਦਿਲਚਸਪੀ ਤੇ ਸੰਤੁਲਨ ਹੋਵੇ। ਮਹਿੰਗਾਈ ਕਾਰਨ ਸਵਾਰਥ ਅਤੇ ਲਾਲਚ, ਖੋਹਣਾ ਤੇ ਲੁੱਟਣਾ ਵੱਧਦੇ ਹਨ। ਪਿਆਰ ਵਿੱਚ ਵੀ ਨਫੇ ਨੁਕਸਾਨ ਦੀ ਬਿਰਤੀ ਪਸਰਨ ਕਾਰਨ ਪੁਰਸ਼ ਇਸਤਰੀ ਨੂੰ ਬਿਸਤਰੇ ਵੱਲ ਤੇ ਇਸਤਰੀ ਪੁਰਸ਼ ਨੂੰ ਲਾਵਾਂ ਫੇਰਿਆਂ ਵੱਲ ਖਿੱਚਦੀ ਹੈ। ਮਹਿੰਗਾਈ ਸਾਨੂੰ ਸਵਾਰਥੀ, ਲਾਲਚੀ ਤੇ ਕਮੀਨਾ ਬਣਾਉਂਦੀ ਹੈ। ਮਹਿੰਗਾਈ ਵਿੱਚ ਝਗੜੇ ਲੰਮੇ ਹੋ ਜਾਂਦੇ ਹਨ ਤੇ ਝਗੜਿਆਂ ਵਿੱਚੋਂ ਬਿਮਾਰ ਮਨੋਰੰਜਨ ਪ੍ਰਾਪਤ ਕੀਤਾ ਜਾਂਦਾ ਹੈ। ਦੂਜਿਆਂ ਨੂੰ ਮੁਸ਼ਕਲ ਵਿੱਚ ਵੇਖ ਕੇ ਅਸੀਂ ਅਜਿਹੇ ਅਵਸਰ ਤੋਂ ਲਾਭ ਉਠਾਉਣਾ ਚਾਹੁੰਦੇ ਹਾਂ। ਲੰਮੇ ਝਗੜੇ ਇਸ ਗੱਲ ਦੀ ਗਵਾਹੀ ਹੁੰਦੇ ਹਨ ਕਿ ਦੋਵੇਂ ਧਿਰਾਂ ਗਲਤ ਹਨ। ਝਗੜੇ ਅਸੀਂ ਆਪਣੇ ਅਧੂਰੇਪਨ ਦੇ ਅਨੁਪਾਤ ਵਿੱਚ ਉਪਜਾਉਂਦੇ ਹਾਂ। ਮਹਿੰਗਾਈ ਕਾਰਨ ਧੋਖਾ ਦੇਣ ਦੀ ਆਦਤ ਵੱਧਦੀ ਹੈ ਤੇ ਧੋਖੇ ਨੂੰ ਅਸੀਂ ਮਜਬੂਰੀ ਕਹਿ ਕੇ ਆਪਣੇ ਵਿਹਾਰ ਨੂੰ ਸਹੀ ਠਹਿਰਾਉਂਦੇ ਹਾਂ। ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਕੀਮਤਾਂ ਦਾ ਸਥਿਰ ਨਾ ਰਹਿਣਾ ਹੁੰਦਾ ਹੈ। ਭ੍ਰਿਸ਼ਟਾਚਾਰ ਰਾਹੀਂ ਅਸੀਂ ਆਪਣੀਆਂ ਛਾਵਾਂ ਨੂੰ ਵੀ ਲੋੜਾਂ ਬਣਾ ਲੈਂਦੇ ਹਾਂ। ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਉਦੋਂ ਪਹੁੰਚਦਾ ਹੈ ਜਦੋਂ ਇਮਾਨਦਾਰੀ ਹਾਸੇ ਮਖੌਲ ਦਾ ਵਿਸ਼ਾ ਬਣ ਜਾਂਦੀ ਹੈ ਤੇ ਮਨੁੱਖ ਭਾਵਕ ਪੱਖੋਂ ਬਾਂਝ ਅਤੇ ਬੰਜਰ ਹੋ ਜਾਂਦੇ ਹਨ। ਸਾਰੇ ਲੋਕ ਮਹਿੰਗਾਈ ਨਾਲ ਟਾਕਰਾ ਨਹੀਂ ਕਰ ਸਕਦੇ, ਸੋ ਸਰੀਰਕ ਅਤੇ ਮਾਨਸਿਕ ਸੰਤੁਲਨ ਦੇ ਵਿਗਾੜ ਕਾਰਨ ਜੇਲ੍ਹਾਂ, ਹਸਪਤਾਲਾਂ ਤੇ ਪਾਗਲਖਾਨਿਆਂ ਵਿੱਚ ਭੀੜਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਮਹਿੰਗਾਈ ਦੇ ਵਧਣ ਨਾਲ ਆਰਥਿਕ ਦੌੜ ਵਧੇਰੇ ਲੰਬੀ ਤੇ ਥਕਾਊ ਹੋਣ ਕਾਰਨ ਰਲ ਮਿਲ ਬੈਠਣ ਤੇ ਹੱਸਣ ਖੇਡਣ ਦੇ ਅਵਸਰ ਘਟ ਰਹੇ ਹਨ। ਸਾਡੇ ਵਿੱਚ ਦੂਜਿਆਂ ਦੇ ਗੁਣ ਪਛਾਣਨ ਦੀ ਯੋਗਤਾ ਵੀ ਘਟ ਰਹੀ ਹੈ ਅਤੇ ਦੂਜਿਆਂ ਵਿਚਲੇ ਦੋਸ਼ ਲੱਭਣ ਦੀ ਆਦਤ ਵਧ ਰਹੀ ਹੈ। ਕਿਸੇ ਦਾ ਧੰਨਵਾਦੀ ਹੋਣ ਦੀ ਥਾਂ ਸ਼ਿਕਾਇਤਾਂ ਵਧੇਰੇ ਕੀਤੀਆਂ ਜਾ ਰਹੀਆਂ ਹਨ। ਇੱਛਾ ਜੀਵਨ ਪੱਧਰ ਉੱਚਾ ਕਰਨ ਦੀ ਹੁੰਦੀ ਹੈ, ਪਰ ਮਹਿੰਗਾਈ ਕਾਰਨ ਪਰਿਸਥਿਤੀਆਂ ਵਰਤਮਾਨ ਪੱਧਰ ਨੂੰ ਬਰਕਰਾਰ ਰੱਖਣ ਦੇ ਪੱਖੋਂ ਵੀ ਵਿਰੋਧੀ ਹੁੰਦੀਆਂ ਹਨ। ਕੁਝ ਦਹਾਕੇ ਪਹਿਲੋਂ ਜਦੋਂ ਕੋਲੇ ਦੀਆਂ ਖਾਣਾਂ ਵਿੱਚ ਬਿਜਲੀ ਲਾ ਦਿੱਤੀ ਗਈ ਤਾਂ ਰੌਸ਼ਨੀ ਵਿੱਚ ਕਾਮਿਆਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਹ ਕਿਤਨੀਆਂ ਖਤਰਨਾਕ ਹਾਲਤਾਂ ਵਿੱਚ ਕੰਮ ਕਰਦੇ ਰਹੇ ਸਨ।
ਸੋ ਬਿਜਲੀ ਦੀ ਰੌਸ਼ਨੀ ਨੇ ਉਹਨਾਂ ਦੇ ਹੌਸਲੇ ਉੱਚੇ ਕਰਨ ਦੀ ਥਾਂ ਉਹਨਾਂ ਨੂੰ ਨਿਰਾਸ਼ ਕਰ ਦਿੱਤਾ। ਇਸ ਨਿਰਾਸ਼ਤਾ ਵਿੱਚੋਂ ਮਾਲਕਾਂ ਨਾਲ ਟਕਰਾਓ ਉਪਜਿਆ ਤੇ ਵਧੇਰੇ ਉਜਰਤ ਦੀ ਮੰਗ ਪੈਦਾ ਹੋਈ। ਹੜਤਾਲਾਂ ਦੇ ਵਧਣ ਦਾ ਕਾਰਨ ਵੀ ਇਹ ਹੁੰਦਾ ਹੈ ਕਿ ਵਰਤਮਾਨ ਆਮਦਨ ਨਾਲ ਗੁਜ਼ਾਰਾ ਕਰਨਾ ਸੰਭਵ ਨਹੀਂ ਰਿਹਾ। ਹੜਤਾਲ ਹੋਣ ਦੀ ਸੂਰਤ ਵਿੱਚ ਦੋਵਾਂ ਧਿਰਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਵੱਧਦੀ ਹੈ। ਭਾਵੇਂ ਮੰਗਾਂ ਜਾਇਜ਼ ਹੋਣ, ਪਰ ਉਹ ਇਸ ਲਈ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਮੰਨਣਾ ਪ੍ਰਬੰਧਕਾਂ ਦੀ ਕਮਜ਼ੋਰੀ ਗਿਣੀ ਜਾਵੇਗੀ। ਦੂਜੇ ਪਾਸੇ ਕਈ ਅੰਦੋਲਨ ਕੇਵਲ ਆਗੂ ਬਣੇ ਰਹਿਣ ਦੀ ਲਾਲਸਾ ਅਧੀਨ ਰੰਭੇ ਜਾਂਦੇ ਹਨ ਅਤੇ ਸਮਝੌਤਾ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਸਮਝੌਤੇ ਦੀਆਂ ਸ਼ਰਤਾਂ ਵਧੀਆਂ ਹੋਈਆਂ ਆਸਾਂ ਤੋਂ ਬਹੁਤ ਨੀਵੀਆਂ ਹੁੰਦੀਆਂ ਹਨ। ਇਵੇਂ ਮਹਿੰਗਾਈ ਕਾਰਨ ਰੋਜ਼ਗਾਰ ਵਾਲੀ ਥਾਂ 'ਤੇ ਆਪਸੀ ਸਬੰਧ ਵਿਸ਼ਵਾਸ ਦੀ ਥਾਂ ਸ਼ੱਕ ਦਾ ਸ਼ਿਕਾਰ ਹੋ ਜਾਂਦੇ ਹਨ। ਮਾਲਕ ਮਕਾਨ ਅਤੇ ਕਿਰਾਏਦਾਰ ਵਿੱਚ ਵੀ ਅੰਤ ਨੂੰ ਸਬੰਧ ਵਿਗੜਦੇ ਹੁੰਦੇ ਹਨ ਕਿਉਂਕਿ ਮੁੱਢ ਵਿੱਚ ਨਿਰਧਾਰਤ ਕੀਤਾ ਹੋਇਆ ਕਿਰਾਇਆ ਮਹਿੰਗਾਈ ਦੇ ਵਧਣ ਨਾਲ ਨਿਗੂਣਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਮਕਾਨ ਬਦਲਣ ਦੀ ਸੂਰਤ ਵਿੱਚ ਨਵਾਂ ਮਕਾਨ ਛੋਟਾ ਹੁੰਦਾ ਹੈ ਅਤੇ ਕਿਰਾਇਆ ਪਹਿਲੇ ਨਾਲੋਂ ਵੱਧ ਹੁੰਦਾ ਹੈ। ਮਿਲਾਵਟ ਦੇ ਪਿੱਛੇ ਵੀ ਕਾਰਨ ਅਸਿੱਧੇ ਢੰਗ ਨਾਲ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਆਪਣੀ ਆਮਦਨ ਵਧਾਉਣਾ ਹੁੰਦਾ ਹੈ। ਸਬੰਧ ਕਿਹੋ ਜਿਹੇ ਵੀ ਹੋਣ, ਉਹਨਾਂ ਉੱਤੇ ਮਹਿੰਗਾਈ ਦਾ ਅਸਰ ਅਵੱਸ਼ ਪੈਂਦਾ ਹੈ ਕਿਉਂਕਿ ਹਰ ਇੱਕ ਰਿਸ਼ਤਾ ਅੰਤਲੇ ਰੂਪ ਵਿੱਚ ਆਰਥਿਕ ਰਿਸ਼ਤਾ ਹੋ ਨਿਬੜਦਾ ਹੈ। ਮੰਡੀਆਂ ਦੇ ਵੱਡੇ ਹੋਣ ਨਾਲ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮਹਿੰਗਾਈ ਦੀ ਅਸਲ ਜ਼ਿੰਮੇਵਾਰ ਕੌਣ ਹੈ, ਪਰ ਮਹਿੰਗਾਈ ਬੜੇ ਸੂਖਮ ਪਰ ਪ੍ਰਤੱਖ ਢੰਗ ਨਾਲ ਸਾਡੇ ਵਿਹਾਰ ਨੂੰ ਵਿਗਾੜਦੀ, ਆਪਸੀ ਸਬੰਧਾਂ ਨੂੰ ਤੋੜਦੀ, ਗੱਲਬਾਤ ਵਿੱਚ ਗਾਲਾਂ ਦੀ ਮਾਤਰਾ ਨੂੰ ਵਧਾਉਂਦੀ, ਚਿੰਤਾ ਲਾਉਂਦੀ, ਧੋਖਾ ਦੇਣ ਦੇ ਰਾਹ ਖੋਲ੍ਹਦੀ ਹੈ ਅਤੇ ਝੂਠ ਬੋਲਣ ਦੀ ਆਦਤ ਨੂੰ ਪੱਕਾ ਕਰਨ ਵਿੱਚ ਪ੍ਰਗਟ ਹੁੰਦੀ ਹੈ। ਜਦੋਂ ਤੁਸੀਂ ਖੰਡ ਖਰੀਦਦੇ ਹੋ ਤਾਂ ਇੱਕ ਪ੍ਰਕਾਰ ਨਾਲ ਗੰਨਾ ਉਗਾਉਣ ਵਾਲੇ ਕਿਸਾਨ, ਗੰਨਾ ਢੋਣ ਵਾਲੇ ਟਰੱਕ ਮਾਲਕ, ਚੀਨੀ ਬਣਾਉਣ ਵਾਲੇ ਮਿੱਲ ਮਾਲਕ, ਜਿਸ ਬੈਂਕ ਤੋਂ ਮਿੱਲ ਵਾਲੇ ਕਰਜ਼ਾ ਲੈਂਦੇ ਹਨ ਉਸ ਬੈਂਕ ਦੇ ਪ੍ਰਬੰਧਕ, ਟੈਕਸ ਲੈਣ ਵਾਲੇ ਸਰਕਾਰੀ ਮਹਿਕਮਿਆਂ ਦੇ ਅਫਸਰ, ਥੋਕ ਵਪਾਰੀ, ਹਟਵਾਣੀ ਆਦਿ ਅਨੇਕਾਂ ਹੀ ਵਿਅਕਤੀਆਂ ਨਾਲ ਤੁਸੀਂ ਅਸਿੱਧੇ ਤੌਰ 'ਤੇ ਸੰਪਰਕ ਵਿੱਚ ਆਉਂਦੇ ਹੋ। ਪਰ ਖੰਡ ਦੇ ਮਹਿੰਗਾ ਹੋਣ ਦੀ ਸੂਰਤ ਵਿੱਚ ਤੁਸੀਂ ਦੋਸ਼ ਕੇਵਲ ਹਟਵਾਣੀਆਂ ਨੂੰ ਦਿੰਦੇ ਹੋ। ਅਵਰੋਧਕ ਸਾਰੀਆਂ ਧਿਰਾਂ ਆਪਣੀ ਆਮਦਨ ਵਧਾਉਣ ਲਈ ਨਿਰੰਤਰ ਜ਼ੋਰ ਲਾਉਂਦੀਆਂ ਹਨ ਅਤੇ ਉਹਨਾਂ ਦੇ ਆਪਸੀ ਸਬੰਧ ਵਿਰੋਧ ਵਾਲੇ ਹੁੰਦੇ ਜਾਂਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਵੱਧਦੀਆਂ ਕੀਮਤਾਂ ਦੇ ਦੌਰ ਵਿੱਚ ਵਿਰੋਧੀ ਸਬੰਧਾਂ ਅਤੇ ਰਿਸ਼ਤਿਆਂ ਦੀਆਂ ਸਾਰੀਆਂ ਪਰਿਸਥਿਤੀਆਂ ਉਸਰਦੀਆਂ ਹਨ, ਪਰ ਸਾਵੇਂ ਸੁਖਾਵੇਂ ਮੇਲ ਜੋਲ ਦੀਆਂ ਸੰਭਾਵਨਾਵਾਂ ਸੁੰਗੜਦੀਆਂ ਹਨ ਅਤੇ ਸਮੁੱਚੇ ਰੂਪ ਵਿੱਚ ਸਾਡਾ ਜੀਵਨ ਪੱਧਰ ਨਿੱਘਰਦਾ ਹੈ। ਅਜਿਹੀ ਸਥਿਤੀ ਵਿੱਚ ਇੱਕ ਹੋਰ ਪ੍ਰਵਿਰਤੀ ਜਨਮ ਲੈਂਦੀ ਹੈ। ਜਦੋਂ ਮਹਿੰਗਾਈ ਕਾਰਨ ਖੁਰਾਕ ਘਟਦੀ ਹੈ ਤਾਂ ਚਿਹਰੇ ਦੀ ਰੌਣਕ 'ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਗੁਆਚੀ ਹੋਈ ਰੌਣਕ ਨੂੰ ਬਣਾਈ ਰੱਖਣ ਲਈ ਸੁਰਖੀ ਪਾਊਡਰ ਦੀ ਵਰਤੋਂ ਵੱਧਦੀ ਹੈ, ਅਰਥਾਤ ਸਾਨੂੰ ਉਹਨਾਂ ਵਸਤਾਂ 'ਤੇ ਖਰਚ ਕਰਨਾ ਪੈਂਦਾ ਹੈ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਪਰ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੋਣੀ ਚਾਹੀਦੀ, ਅਰਥਾਤ ਮਜਬੂਰੀ ਬਸ ਅਸੀਂ ਵਰਤਣ ਲਈ ਬੇਵੱਸ ਹੁੰਦੇ ਹਾਂ। ਇਹੀ ਹਾਲ ਕੱਪੜਿਆਂ ਦਾ ਹੁੰਦਾ ਹੈ। ਨਿਤ ਨਵੇਂ ਫੈਸ਼ਨ ਅਤੇ ਇਸ਼ਤਿਹਾਰਬਾਜ਼ੀ ਦੇ ਉਪਰਾਲੇ ਸਾਨੂੰ ਜ਼ਮਾਨੇ ਨਾਲੋਂ ਪਛੜ ਜਾਣ ਦਾ ਅਹਿਸਾਸ ਕਰਵਾਉਂਦੇ ਹਨ। ਜ਼ਮਾਨੇ ਨਾਲ ਚੱਲਣ ਦੀ ਇੱਛਾ ਅਧੀਨ ਅਸੀਂ ਢੇਰ ਫਜ਼ੂਲ ਖਰਚ ਕਰਨ ਲਈ ਮਜਬੂਰ ਹੁੰਦੇ ਹਾਂ। ਇਹ ਸਾਰੀਆਂ ਮਜਬੂਰੀਆਂ ਸਾਨੂੰ ਆਪਣੀ ਇਮਾਨਦਾਰੀ ਤਿਆਗ ਕੇ ਹਰ ਸਾਧਨ ਨਾਲ ਵਧੇਰੇ ਪੈਸੇ ਕਮਾਉਣ ਲਈ ਬੇਵੱਸ ਕਰਦੀਆਂ ਹਨ। ਅਸੀਂ ਨਾ ਕੇਵਲ ਅਨਿਆਏਪੂਰਨ ਅਣਸੁਖਾਵੇਂ ਸਮਝੌਤੇ ਕਰਨ ਲਈ ਮਜਬੂਰ ਹੁੰਦੇ ਹਾਂ, ਸਗੋਂ ਆਪਣੇ ਅਸੂਲਾਂ ਦੀ ਬਲੀ ਵੀ ਦੇਣ ਲਈ ਪ੍ਰੇਰੇ ਜਾਂਦੇ ਹਾਂ। ਇਵੇਂ ਸਾਡੀ ਵੱਖਰੀ ਪਛਾਣ ਮੁੱਕ ਜਾਂਦੀ ਹੈ ਅਤੇ ਅਸੀਂ ਦੌੜੀ ਜਾਂਦੀ ਭੀੜ ਦਾ ਪਿੱਛੇ ਰਹਿ ਗਿਆ ਇੱਕ ਹਿੱਸਾ ਬਣ ਜਾਂਦੇ ਹਾਂ। ਕਾਰਖਾਨਿਆਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ, ਦੁਕਾਨਾਂ, ਬਾਜ਼ਾਰਾਂ, ਸ਼ਮਸ਼ਾਨ ਘਾਟਾਂ ਦਾ ਆਕਾਰ ਵੱਡਾ ਹੁੰਦਾ ਜਾ ਰਿਹਾ, ਪਰ ਮਨੁੱਖ ਹਰੇਕ ਥਾਂ 'ਤੇ ਨਿੱਕਾ ਛੋਟਾ ਬੇਪਛਾਣ ਹੁੰਦਾ ਜਾ ਰਿਹਾ ਹੈ। ਮਹਿੰਗਾਈ ਕਾਰਨ ਮਨੁੱਖ ਵਧੇਰੇ ਸੋਚਣ ਲੱਗ ਪਿਆ ਹੈ। ਸੋਚਣ ਨਾਲ ਦਰਦ ਵੱਧਦਾ ਹੈ। ਦਰਦ ਕੋਈ ਮਾਣ ਕਰਨਯੋਗ ਅਨੁਭਵ ਨਹੀਂ ਹੁੰਦਾ। ਸੋਚਣ ਦੀ ਪ੍ਰਵਿਰਤੀ ਇੱਕ ਹੱਦ ਤੋਂ ਅੱਗੇ ਸਨਕੀਪਨ, ਨਿਰਾਸ਼ਾਵਾਦ ਅਤੇ ਪਾਗਲਪਨ ਵਿੱਚ ਪ੍ਰਗਟ ਹੁੰਦੀ ਹੈ। ਹਰ ਘਰ ਵਿੱਚ ਕੋਈ ਨਾ ਕੋਈ ਅਜਿਹਾ ਹੁੰਦਾ ਹੈ ਜਿਸ ਦੀ ਸੁਰਤਾਲ ਬਾਕੀਆਂ ਨਾਲੋਂ ਵੱਖਰੀ ਹੁੰਦੀ ਹੈ। ਹਰ ਘਰ ਵਿੱਚ ਕੋਈ ਅਜਿਹਾ ਵਿਅਕਤੀ ਵੀ ਹੁੰਦਾ ਹੈ ਜੋ ਆਪਣੇ ਹਿੱਸੇ ਨਾਲੋਂ ਵਧੇਰੇ ਪ੍ਰਾਪਤ ਕਰਨਾ ਚਾਹੁੰਦਾ ਹੈ। ਮਹਿੰਗਾਈ ਨਾਲ ਧੀਆਂ ਦੇ ਵਿਆਹ ਕਰਨੇ ਔਖੇ ਹੋ ਗਏ ਹਨ ਅਤੇ ਪੁੱਤਰਾਂ ਦੇ ਵਿਆਹ ਕਰਨ ਸਮੇਂ ਰਿਸ਼ਤਾ ਕਰਨ ਦੇ ਆਧਾਰ ਬਦਲ ਗਏ ਹਨ। ਘਰ ਦੀ ਆਮਦਨ ਵਧਾਉਣ ਲਈ ਇਸਤਰੀਆਂ ਨੌਕਰੀ ਕਰਨ ਲਈ ਮਜਬੂਰ ਹਨ ਅਤੇ ਉਹਨਾਂ ਦੀ ਇਹ ਮਜਬੂਰੀ ਉਹਨਾਂ ਵਿੱਚ ਇਹ ਦੋਸ਼ ਭਾਵਨਾ ਪੈਦਾ ਕਰਦੀ ਹੈ ਕਿ ਉਹ ਬੱਚਿਆਂ ਵੱਲ ਯੋਗ ਧਿਆਨ ਨਹੀਂ ਦੇ ਰਹੀਆਂ। ਇਸਤਰੀਆਂ ਦੀ ਵੰਡੀ ਤੇ ਥੱਕੀ ਹੋਈ ਮਾਨਸਿਕਤਾ ਆਪਣੀ ਕਿਸਮ ਦੀਆਂ ਸਮੱਸਿਆਵਾਂ ਉਪਜਾ ਰਹੀ ਹੈ। ਜਿਸ ਬਰਾਬਰੀ, ਆਜ਼ਾਦੀ ਤੇ ਸਵੈ ਨਿਰਭਰਤਾ ਨੂੰ ਇਸਤਰੀ ਨੇ ਵਰਦਾਨ ਸਮਝਿਆ ਸੀ, ਉਹ ਸਰਾਪ ਬਣ ਗਈ ਹੈ। ਆਰਥਿਕ ਖੇਤਰ ਵਿੱਚ ਵਿਚਰਨ ਕਾਰਨ ਇਸਤਰੀ ਨੂੰ ਵੀ ਮਹਿੰਗਾਈ ਦਾ ਸਿੱਧਾ ਅਨੁਭਵ ਹੋਣ ਲੱਗ ਪਿਆ ਅਤੇ ਉਸਦੇ ਪ੍ਰਤੀਕਰਮ ਇਸਤਰੀਆਂ ਵਾਲੇ ਨਹੀਂ, ਪੁਰਸ਼ਾਂ ਵਾਲੇ ਹੋ ਗਏ ਹਨ।
ਅਰਥਾਤ ਇਸਤਰੀ ਦੇ ਵਿਹਾਰ ਵਿੱਚੋਂ ਇਸਤਰੀ ਵਾਲੇ ਗੁਣ ਲੋਪ ਹੁੰਦੇ ਜਾ ਰਹੇ ਹਨ ਅਤੇ ਪੁਰਸ਼ ਵਾਲੀ ਕਰੂਪ, ਸਵਾਰਥੀ ਤੇ ਨਿਰਦਈ ਆਰਥਿਕ ਬਿਰਤੀ ਪ੍ਰਗਟ ਹੋਣ ਲੱਗ ਪਈ ਹੈ। ਇਹਨਾਂ ਕਾਰਨਾਂ ਕਰਕੇ ਹੀ ਪਤੀ ਪਤਨੀ ਦੇ ਆਪਸੀ ਸਬੰਧ ਨਿੱਘੇ ਹੋਣ ਦੀ ਥਾਂ ਰੁੱਖੇ ਤੇ ਠੰਡੇ, ਸੱਜਰੇ ਹੋਣ ਦੀ ਥਾਂ ਥੱਕੇ ਹੋਏ ਤੇ ਬੇਹੇ ਹੋ ਗਏ ਹਨ। ਅਜਿਹੀ ਹਾਲਤ ਵਿੱਚ ਬੱਚਿਆਂ ਦਾ ਗੁਸਤਾਖ, ਠੰਡੇ, ਗੈਰ ਜ਼ਿੰਮੇਵਾਰ, ਲਾਪਰਵਾਹ ਤੇ ਨਿਰਮੋਹੀ ਹੋਣਾ ਲਾਜ਼ਮੀ ਹੈ। ਪਿਆਰ ਦੀ ਘਾਟ ਨੂੰ ਪੂਰਾ ਕਰਨ ਲਈ ਬੱਚੇ ਆਪਣੀਆਂ ਮੰਗਾਂ ਦੀ ਸੂਚੀ ਲੰਮੀ ਕਰਦੇ ਹਨ। ਮਾਯੂਸੀਆਂ ਤੇ ਮਜਬੂਰੀਆਂ ਦੇ ਵਾਤਾਵਰਣ ਵਿੱਚ ਕੁਝ ਵੀ ਮੌਲਿਕ ਕਰਨ ਅਤੇ ਸੋਚਣ ਦੀ ਸਮਰੱਥਾ ਘਟਦੀ ਹੈ ਅਤੇ ਹਰੇਕ ਵਿੱਚ ਦੂਜਿਆਂ ਦੀ ਨਕਲ ਮਾਰਨ ਦੀ ਪ੍ਰਵਿਰਤੀ ਵਿੱਚ ਵਾਧਾ ਹੁੰਦਾ ਹੈ। ਜਦੋਂ ਰਿਸ਼ਤਿਆਂ ਵਿੱਚ ਨਿੱਘ ਨਾ ਹੋਵੇ ਤਾਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹਰ ਸਾਧਨ ਠੀਕ ਅਤੇ ਯੋਗ ਪ੍ਰਤੀਤ ਹੁੰਦਾ ਹੈ। ਮਹਿੰਗਾਈ ਦੇ ਯੁੱਗ ਵਿੱਚ ਸਵੇਰੇ ਜਦੋਂ ਮਨੁੱਖ ਆਪਣੇ ਘਰੋਂ ਚੱਲਦਾ ਹੈ ਤਾਂ ਉਹ ਆਪਣੇ ਆਪ ਨੂੰ ਥੱਕਿਆ ਹੋਇਆ ਸ਼ੇਰ ਸਮਝਦਾ ਹੈ ਅਤੇ ਦੂਜਿਆਂ ਦੇ ਸੰਪਰਕ ਵਿੱਚ ਵਿਚਰਦਾ ਹੋਇਆ ਉਹ ਊਂਠ, ਖੱਚਰ, ਖੋਤਾ, ਘੋੜਾ, ਕੁੱਤਾ, ਭੇਡ, ਬੱਕਰੀ, ਸੱਪ, ਟੂਹਾ, ਚੂਹਾ ਆਦਿ ਸਭ ਕੁਝ ਬਣਦਾ ਹੈ ਤੇ ਭਾਂਤ-ਭਾਂਤ ਦੇ ਸਬੰਧਾਂ ਦੀ ਦਲਦਲ ਵਿੱਚੋਂ ਲੰਘਦਿਆਂ ਗਾਲਾਂ ਕੱਢਦਾ ਹੋਇਆ ਘਰ ਪਰਤਦਾ ਹੈ, ਜਿੱਥੇ ਘਰ ਦੇ ਸਾਰੇ ਜੀਅ ਆਪਣੀਆਂ ਸ਼ਿਕਾਇਤਾਂ ਤੇ ਮੰਗਾਂ ਸੁਣਾਉਂਦੇ ਹਨ। ਇਵੇਂ ਘਰੋਂ ਬਾਹਰੀ ਥਕਾਵਟ ਨੂੰ ਘਰ ਅੰਦਰਲੀ ਉਪਰਾਮਤਾ ਮਿਲਦੀ ਹੈ। ਇਸ ਸਥਿਤੀ ਵਿੱਚ ਸਹਿਣਸ਼ੀਲਤਾ ਘਟਦੀ ਹੈ। ਮਹਿੰਗਾਈ ਮਨੁੱਖ ਨੂੰ ਦੂਜਿਆਂ ਨਾਲੋਂ ਤੋੜ ਕੇ ਇਕੱਲਾ ਕਰ ਦਿੰਦੀ ਹੈ। ਇਸ ਇਕੱਲ ਕਾਰਨ ਮਨੁੱਖ ਵਿੱਚ ਆਪਣੇ ਹਾਰ ਜਾਣ, ਪਛੜ ਜਾਣ ਅਤੇ ਅਸਫਲ ਹੋਣ ਦੇ ਅਹਿਸਾਸ ਨਾਲ ਹੀਨਤਾ ਦੀ ਭਾਵਨਾ ਜਾਗਦੀ ਹੈ। ਇਸ ਸਥਿਤੀ ਵਿੱਚ ਉਹ ਆਪਣੇ ਡਿੱਗਦੇ ਜਾਂਦੇ ਹੌਸਲੇ ਨੂੰ ਨੀਵੇਂ ਨਸ਼ਿਆਂ ਦਾ ਠੁੰਮਣਾ ਦਿੰਦਾ ਹੈ ਤੇ ਆਲੇ ਦੁਆਲੇ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ ਹੈ। ਮਹਿੰਗਾਈ ਕਾਰਨ ਬੱਚਤ ਦੀ ਸਮਰੱਥਾ ਘਟਦੀ ਹੈ, ਜਿਸ ਕਾਰਨ ਮਨੁੱਖ ਆਪਣੇ ਜੀਵਨ ਵਿੱਚ ਵੱਡੇ ਪਰਿਵਰਤਨ ਕਰਨ ਦੀ ਯੋਗਤਾ ਦੇ ਪੱਖੋਂ ਗਰੀਬ ਹੁੰਦਾ ਜਾਂਦਾ ਹੈ। ਨਿਰਸੰਦੇਹ ਘਰ ਵਿੱਚ ਪਿਤਾ ਦੀ ਡਾਮਾਡੋਲ ਮਾਨਸਿਕ ਸਥਿਤੀ ਦਾ ਪਰਿਵਾਰ ਦੇ ਸਾਰੇ ਜੀਆਂ ਦੇ ਵਿਹਾਰ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਮਹਿੰਗਾਈ ਕਾਰਨ ਵਧੇਰੇ ਵਿਅਕਤੀ ਵਧੇਰੇ ਲੰਮੇ ਸਮੇਂ ਤੱਕ ਬਿਮਾਰ ਹੁੰਦੇ ਹਨ। ਜਦੋਂ ਮਨ ਅਸ਼ਾਂਤ ਹੋਣ ਤਾਂ ਬਿਮਾਰੀਆਂ ਲੰਮੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਨਾਲ ਲੜਨ ਦੀ ਸ਼ਕਤੀ ਘਟਦੀ ਹੈ। ਮਹਿੰਗਾਈ ਦੇ ਦੌਰ ਵਿੱਚ ਪੁਸਤਕਾਂ ਵੀ ਮਹਿੰਗੀਆਂ ਹੋ ਜਾਂਦੀਆਂ ਹਨ ਅਤੇ ਇਸ ਸਥਿਤੀ ਦਾ ਸਮੁੱਚੇ ਸਮਾਜ ਦੇ ਭਾਵਕ, ਬੌਧਿਕ ਅਤੇ ਮਾਨਸਿਕ ਵਿਕਾਸ 'ਤੇ ਮਾੜਾ ਤੇ ਚਿਰਸਥਾਈ ਅਸਰ ਪੈਂਦਾ ਹੈ। ਜਦੋਂ ਮਹਿੰਗਾਈ ਕਾਰਨ ਜ਼ਿੰਦਗੀ ਦੀ ਦੌੜ ਤੇਜ਼ ਹੋ ਜਾਂਦੀ ਹੈ ਤਾਂ ਮੰਜ਼ਿਲ ਅਕਸਰ ਗੁਆਚ ਜਾਂਦੀ ਹੈ ਤੇ ਭਟਕਣ ਵੱਧ ਜਾਂਦੀ ਹੈ। ਸਾਧਾਰਨ ਰੂਪ ਵਿੱਚ ਮਹਿੰਗਾਈ ਜਿਹੀ ਸਾਂਝੀ ਸਮੱਸਿਆ ਨਾਲ ਹਮਦਰਦੀ ਅਤੇ ਆਪਸੀ ਰਿਸ਼ਤਿਆਂ ਵਿੱਚ ਨੇੜਤਾ ਉਪਜਣੀ ਚਾਹੀਦੀ ਹੈ, ਪਰ ਮਹਿੰਗਾਈ ਕਾਰਨ ਜੀਵਨ ਦੀ ਦੌੜ ਤੇਜ਼ ਹੋ ਜਾਣ ਕਾਰਨ ਕੋਈ ਹੰਢਣਸਾਰ ਰਿਸ਼ਤਾ ਉਸਾਰਨਾ ਤਾਂ ਇੱਕ ਪਾਸੇ ਰਿਹਾ, ਕਿਸੇ ਕੋਲ ਰੁਕ ਕੇ, ਕਿਸੇ ਨੂੰ ਰੋਕ ਕੇ ਹਾਲ ਚਾਲ ਪੁੱਛਣ ਦੀ ਵੀ ਸੰਭਾਵਨਾ ਨਹੀਂ ਰਹੀ। ਅਜੋਕੇ ਯੁੱਗ ਦੇ ਹਰ ਪਲ, ਹਰ ਕੰਮ, ਹਰ ਗੱਲ, ਹਰ ਵਿਹਾਰ, ਹਰ ਵਿਚਾਰ ਅਤੇ ਹਰੇਕ ਰਿਸ਼ਤੇ ਉੱਤੇ ਮਹਿੰਗਾਈ ਦਾ ਕਲਯੁਗੀ ਪਰਛਾਵਾਂ ਹੈ ਅਤੇ ਇਹ ਪਰਛਾਵਾਂ ਨਿੱਤ ਦਿਨ ਵੱਡਾ ਤੇ ਕਰੂਪ ਹੁੰਦਾ ਜਾ ਰਿਹਾ ਹੈ। ਧੰਨਵਾਦ।